हजे ना स्टार्ट करो, चल होता कर लो ਵੀਰੇ ਸਮਝੋ ਗੱਲ समझ गए। ਮੇਰੇ ਸਭ ਤੋਂ ਪਹਿਲਾਂ ਤਾਂ ਇਹ ਸਮਝੋ ਵੀ ਦੋ ਥਿਊਰੀਆਂ ਨੇ ਇਹ ਸਮਝੋ ਇਹ 'ਚ ਦੋ ਥਿਊਰੀਆਂ ਨੇ ਵੀਰੇ। ਇੱਕ ਇਹ ਵੀਰੇ ADAS ਅਪਰੋਚ ਆ, ਇੱਕ ADAS ਅਪਰੋਚ ਹੈ, ਇੱਕ SI ਅਪਰੋਚ ਹੈ। ਇਹ ਬਣ ਕਿਵੇਂ ਰਹੀ ਹੈ ਪਹਿਲਾਂ ਇਹ ਸਮਝ ਲਓ ਬਈ। और ये सही है। ਐਗਰੀਗੇਟ ਡਿਮਾਂਡ ਐਗਰੀਗੇਟ ਸਪਲਾਈ ਦੇ ਜਦੋਂ ਇਕੁਅਲ ਆਊਗੀ ਇਹਨੂੰ ਆਪਾਂ ਇਕੁਇਲਿਬਰੀਅਮ ਕਹਿੰਦੇ ਆ। ਠੀਕ ਹੈ ਜੀ। ਹੁਣ ਵੀਰੇ ਇਹ ਜੋ ਸਮਝਣ ਵਾਲੀ ਚੀਜ਼ ਉਹ ਇਹ ਹੈ ਐਗਰੀਗੇਟ ਸਪਲਾਈ ਕਿਹਦੇ ਬਰਾਬਰ ਆ C+S ਦੇ। ਠੀਕ ਹੈ। ਤੇ ਐਗਰੀਗੇਟ ਡਿਮਾਂਡ ਕਿਹਦੇ ਬਰਾਬਰ ਆ C+I ਦੇ। ਹੁਣ ਵੀਰੇ ਜਦੋਂ ਇਕੁਇਲਿਬਰੀਅਮ ਸੇਮ ਆਊਗਾ ਔਰ C ਤੇ C ਕੱਟੇ ਜਾਣਗੇ ਕੀ ਰਹਿ ਜਾਊਗਾ I ਤੇ S। ਮਤਲਬ ਦੋ ਅਪਰੋਚਾਂ ਨੇ SI ਅਪਰੋਚ ਤੇ ADAS ਅਪਰੋਚ। ਆ ਦੋ ਬਣ ਗਈਆਂ ਅਪਰੋਚਾਂ। ਆਹੀ ਦੋ ਅਪਰੋਚਾਂ ਵੀਰੇ ਲਿਖੀਆਂ ਹੋਈਆਂ ਨੇ ਆਪਣੀਆਂ। ਠੀਕ ਹੈ। ਹੁਣ ਵੀਰੇ ਪਹਿਲੀ ਅਪਰੋਚ ਦੀ ਗੱਲ ਕਰੀਏ ਆਪਾਂ, ਜਿਹੜਾ ਟੇਬਲ ਤੁਸੀਂ ਪਹਿਲਾਂ ਲਰਨ ਕੀਤਾ ਸੀ ਉਹੀ ਸੇਮ ਟੇਬਲ ਹੈ। ਤੁਹਾਡੀ ਜਿਹੜੀ ਇਨਕਮ ਹੈ ਉਹ ਵੀਰੇ 0 ਤੋਂ ਸ਼ੁਰੂ ਹੁੰਦੀ ਹੈ। 100 200 300 400 500 100 ਦਾ ਫਰਕ ਪੈਂਦਾ ਪਿਆ। ਠੀਕ ਹੈ। ਹਾਂ ਉਹ ਤੋਂ ਵੀਰੇ ਜਿਹੜਾ ਆਹ ਇਹ ਹੈਗੀ ਤੁਹਾਡੀ ਆਟੋਨੋਮਸ ਕੰਜ਼ੰਪਸ਼ਨ, ਆਟੋਨੋਮਸ ਇਨਵੈਸਟਮੈਂਟ। ਇਹਦਾ ਮਤਲਬ ਕੀ ਹੈ? ਕੰਜ਼ੰਪਸ਼ਨ ਹੈ ਕਿ ਇਨਵੈਸਟਮੈਂਟ ਹੈ? ਆਟੋਨੋਮਸ ਕੰਜ਼ੰਪਸ਼ਨ ਹੈ ਕਿ ਇਨਵੈਸਟਮੈਂਟ ਹੈ? ਇਨਵੈਸਟਮੈਂਟ ਕੰਜ਼ੰਪਸ਼ਨ ਹੈ ਯਾਰ। ਆਟੋਨੋਮਸ ਕੰਜ਼ੰਪਸ਼ਨ ਦਾ ਮਤਲਬ ਕੀ ਹੁੰਦਾ ਵੀਰੇ? ਯਾਰ ਤੁਸੀਂ ਪਹਿਲਾਂ ਇਨਵੈਸਟਮੈਂਟ ਬੋਲਿਆ। ਹੈਲੋ ਹਾਂ ਹਾਂਜੀ ਵੀਰੇ। ਆਟੋਨੋਮਸ ਕੰਜ਼ੰਪਸ਼ਨ ਦਾ ਮਤਲਬ ਕੀ ਹੁੰਦਾ? ਜਦੋਂ ਤੁਹਾਡੀ ਇਨਕਮ 0 ਹੈ, ਕੁਛ ਨਾ ਕੁਛ ਕੰਜ਼ਿਊਮ ਕਰੋ, ਉਹਨੂੰ ਕੀ ਕਹਿੰਦੇ? ਆਟੋਨੋਮਸ ਕੰਜ਼ੰਪਸ਼ਨ ਕਹਿੰਦੇ ਆ। ਠੀਕ ਹੈ ਜੀ। ਹੁਣ ਵੀਰੇ ਉਹਦੇ ਚੈੱਕ ਕਰੋ, ਜਿਹੜਾ ਧਿਆਨ ਦੇਣ ਵਾਲੀ ਗੱਲ ਹੈ ਉਹ ਹੈਗੀ ਆ ADAS ਦੇ ਬਰਾਬਰ ਆਂਦਾ ਕਦੋਂ ਆ? ਹੁਣ ਵੀਰੇ ਤੁਹਾਡੀ ਇਨਕਮ ਸੀਗੀ 0, ਕੁਛ ਖਾਧਾ, ਇਨਕਮ ਵਧੀ, ਕੰਜ਼ੰਪਸ਼ਨ ਵਧੀ। ਹੁਣ ਆਹ ਤਿੰਨ ਕੇਸਾਂ ਦੇ ਵਿੱਚ ਐਗਰੀਗੇਟ ਡਿਮਾਂਡ ਜ਼ਿਆਦਾ ਹੈ, ਐਗਰੀਗੇਟ ਸਪਲਾਈ ਘੱਟ ਹੈ। ਤੇ ਅਗਲੇ ਤਿੰਨ ਕੇਸਾਂ ਦੇ ਵਿੱਚ ਐਗਰੀਗੇਟ ਸਪਲਾਈ ਜ਼ਿਆਦਾ, ਐਗਰੀਗੇਟ ਡਿਮਾਂਡ ਘੱਟ ਹੈ। ਉਰੇ ਆਪਣਾ ਇਕੁਇਲਿਬਰੀਅਮ ਨਹੀਂ ਆ ਸਕਦਾ। ਆਪਣਾ ਇਕੁਇਲਿਬਰੀਅਮ ਕਦੋਂ ਨਾ ਜਦੋਂ AD ਕਿਹਦੇ ਬਰਾਬਰ ਆ? AS ਦੇ। ਹੁਣ ਆਪਾਂ ਕਹਿੰਦੇ ਆ ਵੀ ਸਾਡਾ ਇਕੁਇਲਿਬਰੀਅਮ ਤੇ ਆ। ਡਨ ਹੈ ਜੀ। ਹੁਣ ਵੀਰੇ ਅੱਗੇ ਐਗਰੀਗੇਟ ਡਿਮਾਂਡ ਕਿਹਦੇ ਬਰਾਬਰ? C+I ਦੇ। ਇਹ 45 ਡਿਗਰੀ ਤੋਂ ਬਣਨਾ ਸ਼ੁਰੂ ਹੁੰਦਾ। ਠੀਕ ਹੈ। ਉਹ ਤੋਂ ਕਿ ਇਕੁਇਲਿਬਰੀਅਮ ਪੁਆਇੰਟ E ਤੇ ਆਉਂਦਾ। ਹੁਣ ਵੀਰੇ ਜਿਹੜੀ ਤੁਸੀਂ ਡੈਰੀਵੇਸ਼ਨ ਦੇਖੀ ਸੀ ਉਹਦੇ ਵਿੱਚ ਪੁਆਇੰਟ E ਆਉਂਦਾ ਸੀਗਾ। ਇਸ ਪੁਆਇੰਟ ਤੇ ਕੀ ਆਪਣਾ ਬ੍ਰੇਕ ਈਵਨ ਪੁਆਇੰਟ ਆਉਂਦਾ ਹੈ। ਐਗਰੀਗੇਟ ਸਪਲਾਈ ਕਿਹਦੇ ਬਰਾਬਰ ਹੋ ਜਾਂਦੀ ਹੈ? ਐਗਰੀਗੇਟ ਡਿਮਾਂਡ ਦੇ। ਜਾਂ ਇਹ ਕਹਿੰਦੇ ਆ ਬਾਈ ਇਨਕਮ ਕਿਹਦੇ ਬਰਾਬਰ ਹੋ ਜਾਂਦੀ ਆ? ਕੰਜ਼ੰਪਸ਼ਨ। ਤੇ ਸੇਵਿੰਗ ਕਿੰਨੀ ਹੁੰਦੀ ਹੈ? 0। ਠੀਕ ਹੈ ਜੀ। ਅੱਗੇ ਵੀਰੇ 300 ਕਰੋੜ ਤੇ ਛੱਡ ਦਿਓ। 300 ਕਰੋੜ ਤੇ ਆਪਣੀ ਵੀਰੇ ਜਿਹੜੀ ਕੀ ਹੈ ਇਕੁਇਲਿਬਰੀਅਮ ਆ ਰਿਹਾ। ਅੱਗੇ ਇਫੈਕਟਿਵ ਡਿਮਾਂਡ ਕੀ ਹੁੰਦੀ ਹੈ? ਇਫੈਕਟਿਵ ਡਿਮਾਂਡ ਦਾ ਮਤਲਬ ਇਹ ਹੈ ਵੀ ਜਿਸ ਲੈਵਲ ਤੇ ਆਪਣੀ ਐਗਰੀਗੇਟ ਡਿਮਾਂਡ ਐਗਰੀਗੇਟ ਸਪਲਾਈ ਦੇ ਇਕੁਅਲ ਆਉਂਦੀ ਹੈ ਉਹਨੂੰ ਇਫੈਕਟਿਵ ਡਿਮਾਂਡ ਕਿਹਾ ਜਾਂਦਾ। ਠੀਕ ਹੈ ਜੀ। ਉਰ ਤਾਂ ਕੋਈ ਦਿੱਕਤ। ਹੁਣ ਵੀਰੇ ਇੱਕ ਜੋ ਸਟਾਰ ਮਾਰਕ ਚੀਜ਼ ਦੇਖਣੀ ਆ ਉਹ ਆ ਵੀਰੇ ਇਫੈਕਟਿਵ ਡਿਮਾਂਡ ਪ੍ਰਿੰਸੀਪਲ। It is a point where the aggregate demand is equal to aggregate supply। ਇਸ ਪੁਆਇੰਟ ਤੇ ਵੀਰੇ ਐਗਰੀਗੇਟ ਡਿਮਾਂਡ ਐਗਰੀਗੇਟ ਸਪਲਾਈ ਦੇ ਇਕੁਅਲ ਹੁੰਦੀ ਹੈ, ਪਰ ਜਿਹੜੇ ਕੰਮ ਕਰਨ ਵਾਲੇ ਬੰਦੇ ਨੇ ਉਹ ਵੀਰੇ ਘੱਟ ਨੇ। ਮਤਲਬ ਅੰਡਰ ਇੰਪਲੋਇਮੈਂਟ ਆ, ਫੁੱਲ ਇੰਪਲੋਇਮੈਂਟ ਨਹੀਂ ਹੈਗੀ, ਜਿਸ ਦੇ ਕਾਰਨ ਕੀ ਹੁੰਦਾ ਡੈਫੀਸਿਟ ਡਿਮਾਂਡ ਆਉਂਦੀ ਹੈ। ਇਹਦਾ ਮਤਲਬ ਸਮਝੋ। ਆਪਣੀ ਐਗਰੀਗੇਟ ਡਿਮਾਂਡ ਐਗਰੀਗੇਟ ਸਪਲਾਈ ਦੇ ਇਕੁਅਲ ਹੈਗੀ ਆ, ਉਹ 'ਚ ਕੋਈ ਦਿੱਕਤ ਨਹੀਂ ਹੈਗੀ। ਆਹ ਹੋ ਗਿਆ ਐਗਰੀਗੇਟ ਸਪਲਾਈ, ਆਹ ਹੋ ਗਿਆ ਐਗਰੀਗੇਟ ਡਿਮਾਂਡ। ਹਾਂ ਇੱਥੇ ਵੀਰੇ ਇਹ ਪੁਆਇੰਟ ਤੇ ਜ਼ਰੂਰ ਹੈਗੀ ਆ, ਪਰ ਜਿੰਨੇ ਬੰਦੇ ਕੰਮ ਕਰਨਾ ਚਾਹੁੰਦੇ ਸੀਗੇ ਉਨੇ ਬੰਦੇ ਕੰਮ ਕਰ ਨਹੀਂ ਪਾ ਰਹੇ ਹੈਗੇ। ਠੀਕ ਆ। ਮਤਲਬ ਇਹ ਚੀਜ਼ ਕਿਤੇ ਨਾ ਕਿਤੇ ਉਰੇ ਹੋਣੀ ਚਾਹੀਦੀ ਸੀਗੀ, ਉਰੇ ਫਰਕ ਆ ਰਿਹਾ। ਠੀਕ ਹੈ। ਆਪਾਂ ਥੱਲੇ ਕੰਮ ਕਰ ਰਹੇ ਹਾਂ, ਮਤਲਬ ਆਪਾਂ ਹੋਣਾ ਚਾਹੀਦਾ ਸੀ ਆਪਾਂ ਨੂੰ, ਆਪਾਂ ਕਿਤੇ ਨਾ ਕਿਤੇ ਘੱਟ ਕੰਮ ਕਰ ਰਹੇ ਹਾਂ। ਇਸ ਚੀਜ਼ ਨੂੰ ਇਫੈਕਟਿਵ ਡਿਮਾਂਡ ਪ੍ਰਿੰਸੀਪਲ ਕਹਿੰਦੇ। ਇੱਥੇ ਕਹਿੰਦਾ ਵੀ ਐਗਰੀਗੇਟ ਡਿਮਾਂਡ ਐਗਰੀਗੇਟ ਸਪਲਾਈ ਦੇ ਇਕੁਅਲ ਜ਼ਰੂਰ ਹੈ, ਪਰ
ਉੱਥੇ ਕੀ ਹੈ ਅੰਡਰ ਇੰਪਲੋਇਮੈਂਟ, ਬੰਦੇ ਘੱਟ ਕੰਮ ਕਰ ਰਹੇ ਆ, ਬੰਦੇ ਕੰਮ ਕਰਨਾ ਵੱਧ ਚਾਹੁੰਦੇ ਨੇ। ਠੀਕ ਹੈ ਵੀ ਆ ਕਿਵੇਂ ਹਟੂਗਾ। ਠੀਕ ਹੈ ਹਾਂਜੀ ਵੀਰੇ। ਹੁਣ ਉਹਦੇ ਦੋ ਸਿਚੁਏਸ਼ਨਸ ਨੇ ਅੱਗੇ ਜੋ ਸਮਝਣ ਵਾਲੀਆਂ ਨੇ। ਅੱਗੇ ਦੋ ਸਿਚੁਏਸ਼ਨ ਸਮਝੋ। ਜੇ ਐਗਰੀਗੇਟ ਡਿਮਾਂਡ ਵੱਧ ਹੈ ਐਗਰੀਗੇਟ ਸਪਲਾਈ ਨਾਲੋਂ, ਐਗਰੀਗੇਟ ਡਿਮਾਂਡ ਘੱਟ ਐਗਰੀਗੇਟ ਸਪਲਾਈ ਨਾਲੋਂ। ਹੁਣ ਇਹ ਦੋਨੋਂ ਸਿਚੁਏਸ਼ਨਾਂ ਕਹਿਣਾ ਕੀ ਚਾਹੁੰਦੀਆਂ ਨੇ ਬਾਈ ਜੇ ਐਗਰੀਗੇਟ ਡਿਮਾਂਡ ਜ਼ਿਆਦਾ ਹੈ ਐਗਰੀਗੇਟ ਸਪਲਾਈ ਨਾਲੋਂ, ਪਹਿਲਾਂ ਤਾਂ ਇਹਨੂੰ ਤੋੜ ਕੇ ਦੇਖੋ ਵੀਰੇ ਇਹ ਹੈਗਾ ਕੀ ਹੈ। ਇਹ ਹੈਗਾ C+I, ਆ ਕੀ ਹੈ C+S, C ਤੇ ਇਸ ਤਾਂ ਕੱਟ ਦੋ, ਮਤਲਬ ਇਨਵੈਸਟਮੈਂਟ ਵੱਧ ਹੋ ਰਹੀ ਹੈ। ਇਹੀ ਹੋਇਆ, ਇਨਵੈਸਟਮੈਂਟ ਵੱਧ ਹੋ ਰਹੀ, ਦੈਟ ਮੀਨਸ ਲੋਕੀ ਖਰਚਾ ਵੱਧ ਕਰ ਰਹੇ ਆ, ਇੱਧਰ ਸੇਵਿੰਗ ਘੱਟ ਹੋ ਰਹੀ ਹੈ। ਜੇ ਖਰਚਾ ਵੀਰੇ ਵੱਧ ਹੋ ਰਿਹਾ ਇਹਦਾ ਮਤਲਬ ਕਿ ਡਿਮਾਂਡ ਜ਼ਿਆਦਾ। ਜੇ ਡਿਮਾਂਡ ਜ਼ਿਆਦਾ ਤਾਂ ਆਪਾਂ ਵੀਰੇ ਸਮਾਨ ਪ੍ਰੋਡਿਊਸ ਵੱਧ ਕਰਾਂਗੇ, ਕਿਉਂਕਿ ਸਪਲਾਈ ਜੇ ਡਿਮਾਂਡ ਵੱਧ ਚੁੱਕੀ ਆ ਤਾਂ ਇਹਨੂੰ ਮੈਚ ਕਰਨ ਲਈ ਆਪਾਂ ਨੂੰ ਸਪਲਾਈ ਵੀ ਵਧਾਉਣੀ ਪੈਣੀ ਹੈ। ਸਪਲਾਈ ਵਧੂਗੀ ਕਿਵੇਂ? ਸਪਲਾਈ ਵਧੂਗੀ ਐਵੇਂ ਵੀ ਇੰਪਲੋਇਮੈਂਟ ਵਧਾਓ। क्या है पहले आगे डरा दिया मैं क्या भैया गुस्से में है। ਹਾਂਜੀ ਵੀਰੇ ਇੰਪਲੋਇਮੈਂਟ ਹੁੰਦੀ ਹੈ। ਠੀਕ ਹੈ ਇਹਦਾ ਮਤਲਬ ਕੀ ਹੈ ਪ੍ਰੋਡਕਸ਼ਨ ਵੀ ਵਧੂਗੀ ਇੰਪਲੋਇਮੈਂਟ ਵੀ ਵਧੂਗੀ। ਠੀਕ ਹੈ ਦੂਸਰਾ ਕੇਸ ਆਪਣੀ ਐਗਰੀਗੇਟ ਡਿਮਾਂਡ ਘੱਟ ਐਗਰੀਗੇਟ ਸਪਲਾਈ ਜ਼ਿਆਦਾ, ਮਤਲਬ ਲੋਕੀ ਪੈਸਾ ਘੱਟ ਖਰਚ ਰਹੇ ਆ, ਘੱਟ ਹੋਇਆ। ਜੇ ਲੋਕੀ ਪੈਸਾ ਘੱਟ ਖਰਚਦੇ ਨੇ ਦੈਟ ਮੀਨਸ ਉਹ ਕਿਤੇ ਨਾ ਕਿਤੇ ਸੇਵ ਕਰ ਰਹੇ ਨੇ ਹੈ ਨਾ। ਜੇ ਸੇਵ ਕਰ ਰਹੇ ਨੇ ਇਹਦਾ ਮਤਲਬ ਕੀ ਹੈ ਯਾਰ ਜੋ ਫੈਕਟਰੀਆਂ ਸੀਗੀਆਂ ਸਮਾਨ ਭੇਜ ਰਹੀਆਂ ਸੀ ਹੋਲਸੇਲਰ ਨੂੰ, ਹੋਲਸੇਲਰ ਰਿਟੇਲਰ ਨੂੰ, ਉਹਨਾਂ ਕੋਲ ਸਮਾਨ ਬਚਿਆ ਪਿਆ, ਕੋਈ ਖਰੀਦ ਨਹੀਂ ਰਿਹਾ। ਇਹਨੂੰ ਕਹਿੰਦੇ ਆਪਾਂ ਅਨਸੋਲਡ ਸਟਾਕ। ਕੀ ਕਹਿੰਦੇ ਅਨਸੋਲਡ ਸਟਾਕ। ਹੁਣ ਬਾਈ ਜਦ ਤੱਕ ਰਿਟੇਲਰ ਕੋਲੋਂ ਸਮਾਨ ਪਿਛਲਾ ਨਹੀਂ ਵਿਕੂਗਾ ਉਹ ਨਵਾਂ ਨਹੀਂ ਮੰਗਾਊਗਾ। ਜੇ ਰਿਟੇਲਰ ਹੋਲਸੇਲਰ ਕੋਲ ਖਰੀਦੂਗਾ ਨਹੀਂ ਤਾਂ ਹੋਲਸੇਲਰ ਫੈਕਟਰੀ ਤੋਂ ਨਹੀਂ ਖਰੀਦੂਗਾ। ਜੇ ਫੈਕਟਰੀ ਕੋਲ ਆਰਡਰ ਨਹੀਂ ਆ ਰਹੇ ਉਹ ਸਮਾਨ ਬਣਾਈ ਕਰੂਗੀ ਕੀ ਹੈ ਨਾ। ਤਾਂ ਇਹਦਾ ਮਤਲਬ ਕੀ ਹੈ ਪ੍ਰੋਡਕਸ਼ਨ ਕੀ ਹੋਊਗੀ ਘਟੂਗੀ। ਜੇ ਪ੍ਰੋਡਕਸ਼ਨ ਘਟੂਗੀ ਬਾਈ ਫਿਰ ਬੰਦੇ ਵੀ ਕੱਢਣੇ ਪੈਣਗੇ, ਇੰਪਲੋਇਮੈਂਟ ਵੀ ਘਟੂਗੀ। ਆ ਸੀਗਾ ਕੇਸ। ਠੀਕ ਹੈ ਕੋਈ ਦਿੱਕਤ ਚਲਿਏ ਅੱਗੇ ਵੀਰੇ। ਸੇਵਿੰਗ ਇਨਵੈਸਟਮੈਂਟ ਅਪਰੋਚ ਬਾਈ ਆਹੀ ਦੋਨਾਂ ਦੇ ਵਿੱਚੋਂ ਜੇ ਮੈਂ ਸੇਵਿੰਗ ਇਨਵੈਸਟਮੈਂਟ ਉਰੇ ਦਿਖਾ ਦੇਵਾਂ ਇਹੀ ਅਪਰੋਚ ਉਰੇ ਲਿਖੀ ਹੋਈ ਹੈ। ਠੀਕ ਹੈ ਹੁਣ ਕੁਐਸਚਨ ਇਹ ਹੈ ਵੀ ਵੀਰੇ ਜੇ ਆਪਣੀ ਸੇਵਿੰਗ ਵੱਧ ਹੋ ਗਈ ਤੇ ਇਨਵੈਸਟਮੈਂਟ ਘੱਟ ਹੋਈ ਤਾਂ ਕੀ ਕਰਾਂਗੇ। ਆਹ ਦੇਖੋ ਵੀਰੇ ਆਹੀ ਕੇਸ ਆਹੀ ਸੇਮ ਹੀ ਹੈ। ਆਹ ਸੇਮ ਹੈ ਕਿਵੇਂ। ਹੁਣ ਇਸ ਚੀਜ਼ ਦੇ ਵਿੱਚ ਮੈਂ ਕੀ ਕਹਿ ਰਿਹਾ ਵੀਰੇ ਇਨਵੈਸਟਮੈਂਟ ਜ਼ਿਆਦਾ ਤੇ ਸੇਵਿੰਗ ਘੱਟ ਹੈ। ਮੈਂ ਤਾਂ ਵੀ ਵੀਰੇ ਦੁਬਾਰਾ ਬਣਾ ਦਿੰਦਾ। ਜੇ ਆਪਣੀ ਇਨਵੈਸਟਮੈਂਟ ਜ਼ਿਆਦਾ ਤੇ ਸੇਵਿੰਗ ਘੱਟ ਹੈ ਦੈਟ ਮੀਨਸ ਖਰਚਾ ਲੋਕੀ ਵੱਧ ਕਰ ਰਹੇ ਆ। ਖਰਚਾ ਲੋਕੀ ਵੱਧ ਕਰ ਰਹੇ ਹੋਣਗੇ ਮਤਲਬ ਸਪਲਾਈ ਵਧਾਉਣੀ ਪੈਣੀ ਹੈ ਮੈਨੂੰ, ਤੇ ਸਪਲਾਈ ਵਧੂਗੀ ਕਿਵੇਂ? ਇੰਪਲੋਇਮੈਂਟ ਵਧਾਊਂਗਾ। ਇੰਪਲੋਇਮੈਂਟ ਕੀ ਹੋਊਗਾ ਪ੍ਰੋਡਕਸ਼ਨ ਵਧੂਗੀ। ਖਤਮ। ਦੂਸਰੇ ਪਾਸੇ ਵੀਰੇ ਇਨਵੈਸਟਮੈਂਟ ਘੱਟ ਹੈ ਸੇਵਿੰਗ ਵੱਧ, ਮਤਲਬ ਲੋਕੀ ਸੇਵ ਕਰ ਰਹੇ ਆ ਪੈਸਾ, ਖਰਚ ਰਹੇ ਨਹੀਂ, ਐਕਸਪੈਂਡੀਚਰ ਘੱਟ ਰਿਹਾ, ਡਿਮਾਂਡ ਘਟੂਗੀ। ਜੇ ਡਿਮਾਂਡ ਘਟੂਗੀ ਵੀਰੇ ਤਾਂ ਹੋਲਸੇਲਰ ਰਿਟੇਲਰ ਜਿੰਨੇ ਵੀ ਬੰਦੇ ਨੇ ਉਹ ਕੀ ਕਰਨਗੇ ਵੀਰੇ ਆਪਣੀ ਸਪਲਾਈ। ਹਾਂ ਹੁਣ ਫੈਕਟਰੀਆਂ ਤੋਂ ਮੰਗਣਗੇ ਨਹੀਂ ਸਮਾਨ, ਫੈਕਟਰੀ ਸਮਾਨ ਨਹੀਂ ਮੰਗੂਗੇ ਜਾਂ ਸਪਲਾਈ ਵੀ ਨਹੀਂ ਕਰ ਸਕਦੇ, ਪ੍ਰੋਡਕਸ਼ਨ ਘਟੂਗੀ। ਪ੍ਰੋਡਕਸ਼ਨ ਘਟੂਗੀ ਇੰਪਲੋਇਮੈਂਟ ਘਟੂਗੀ। ਆਹ ਦੋ ਕੇਸ ਬਣਦੇ ਨੇ ਵੀਰੇ। ਹਜੇ ਲਈ ਵੀਰੇ ਆਹ ਟੋਪਿਕ ਤੁਸੀਂ ਹਜੇ ਐਲੀਮੀਨੇਟ ਰੱਖੋ ਆਪਣੇ ਲਈ, ਇਹ ਤੁਸੀਂ ਨਾ ਪੜ੍ਹਿਓ। ਆਹ ਵਾਲਾ ਟੋਪਿਕ ਜਿਹੜਾ ਹੈਗਾ ਅੰਡਰ ਇੰਪਲੋਇਮੈਂਟ ਫੁੱਲ ਇੰਪਲੋਇਮੈਂਟ ਲੈਵਲ ਵਾਲਾ ਇਹ ਹਜੇ ਛੱਡ ਲਓ ਸੀ। ਹਾਂਜੀ ਵੀਰੇ ਆਹ ਸਮਝੋ ਵਟ ਇਜ਼ ਮੈਂਟ ਬਾਈ ਇਫੈਕਟਿਵ ਡਿਮਾਂਡ ਪ੍ਰਿੰਸੀਪਲ। ਆਹ ਵੀਰੇ ਮੇਰੇ ਵੱਲੋਂ ਹਜੇ ਸਟਾਰ ਮਾਰਕ ਹੈ ਜੀ ਕੁਐਸਚਨ। ਠੀਕ ਹੈ ਜੀ ਹੁਣ ਇਹ ਮਤਲਬ ਸਮਝੋ ਬਈ ਐਗਰੀਗੇਟ ਡਿਮਾਂਡ ਐਗਰੀਗੇਟ ਸਪਲਾਈ ਦੇ ਇਕੁਅਲ ਜ਼ਰੂਰ ਹੈਗੀ ਆ, ਪਰ ਇੱਥੇ ਕੀ ਹੈ ਅੰਡਰ ਇੰਪਲੋਇਮੈਂਟ, ਮਤਲਬ ਜਿੰਨੇ ਬੰਦੇ ਕੰਮ ਕਰਨਾ ਚਾਹੁੰਦੇ ਸੀ ਉਹ ਤੋਂ ਘੱਟ ਬੰਦਿਆਂ ਨੂੰ ਕੰਮ ਮਿਲਦਾ ਪਿਆ, ਉਹਨੂੰ ਅੰਡਰ ਇੰਪਲੋਇਮੈਂਟ ਕਹਿੰਦੇ ਆ। ਆਹ ਆਪਣੀ ਐਗਰੀਗੇਟ ਡਿਮਾਂਡ ਸੀਗੀ। ਐਕਸ ਐਂਟੇ ਐਕਸ ਪੋਸਟ ਕੀ ਹੁੰਦਾ ਆਹ ਸਮਝੋ ਵੀਰੇ। ਚਲੋ ਹੁਣ ਬਣਾ ਤਾਂ ਦਿੱਤੀ ਬਸ ਲੋੜ ਹੀ ਨਹੀਂ। ओके ओके सर ठीक आ गया समझ।
भैया बीच में पॉज भी होता होगा अगर कोई आता होगा। ਉਹ ਬਾਅਦ ਚ ਐਲੀਮਿਨੇਟ ਕਰ ਦਾਂਗੇ, ਦੇਖ ਲਾਂਗੇ ਬਾਈ, ਪਤਾ ਨਹੀਂ ਅਜੇ ਮੈਨੂੰ। ਜ਼ਰੂਰ ਪੋਜ਼ ਕਰਨਾ ਬੋਲ ਜੀ। ਹਾਂਜੀ ਵੀਰੇ, ਆਹ ਆਪਣਾ कि दोनों का लगे ऐसे। ਆਹ ਆਪਾਂ ਸੋਚੀ ਸੀਗੀ, ਆਹ ਕੀ ਸੀ ਮੇਰੀ ਪਲੈਨਡ ਡਿਮਾਂਡ, ਠੀਕ ਹੈ ਪਲਾਨ ਡਿਮਾਂਡ ਠੀਕ ਹੈ, ਤੇ ਆਹ ਸੀਗੀ ਮੇਰੀ ਪਲੈਨਡ ਸਪਲਾਈ। ਸਪਲਾਈ। ਪਰ ਜਦੋਂ ਵੀਰੇ ਐਕਚੁਅਲ ਦੇ ਵਿੱਚ ਕੰਮ ਹੋਇਆ, ਜਦੋਂ ਐਕਚੁਅਲ ਦੇ ਵਿੱਚ ਕੰਮ ਹੋਇਆ ਲੋਕਾਂ ਨੇ ਡਿਮਾਂਡ ਘੱਟ ਕੀਤੀ। ਕੀਤੀ। ਇਹ ਕੀ ਹੈ ਐਕਚੁਅਲ। ਹੁਣ ਦੇਖੋ ਸਪਲਾਈ ਦੇ ਬਰਾਬਰ ਆ ਰਹੀ ਹੈ, ਪਰ ਵੀਰੇ ਉਰੇ ਫਰਕ ਆ ਗਿਆ, ਇਹਨੂੰ ਕੀ ਕਹਿੰਦੇ ਆਪਾਂ ਡਿਫਲੇਸ਼ਨ। Deflationary gap। ਇਹ ਨੈਕਸਟ ਚੈਪਟਰ 'ਚ ਹੈ ਤੁਹਾਡੇ, ਪਰ ਇਹਦਾ ਕੁਐਸਚਨ ਵੀਰੇ ਇਸ ਚੈਪਟਰ ਦੇ ਵਿੱਚ ਆਉਂਦਾ ਪ੍ਰੀਬੋਰਡ ਚ ਆਇਆ ਸੀ ਕੁਐਸਚਨ ਆਲਾ ਸੀ। ਹੈ ਸੀ। ਓਕੇ ਆਹੀ ਦਿੱਤਾ ਹੋਇਆ ਸੀਗਾ ਦਾ ਕੈਪ ਪੁੱਛਿਆ ਸੀਗਾ ਕਿ ਕੀ ਹੈ ਇਹ, ਬਸ ਕਿਹੜਾ ਫਿਰ। ਕੀ ਹੈ। ਠੀਕ ਹੈ, ਹੁਣ ਇਹਨੂੰ ਵੀਰੇ ਕਹਿੰਦੇ ਨੇ ਐਗਰੀਗੇਟ ਡਿਮਾਂਡ ਐਗਰੀਗੇਟ ਸਪਲਾਈ ਦੇ ਇਕੁਅਲ ਜ਼ਰੂਰ ਹੈ, ਬਟ ਉੱਥੇ ਕੀ ਹੈ ਇਫੈਕਟਿਵ ਡਿਮਾਂਡ ਪ੍ਰਿੰਸੀਪਲ ਹੈ। ਠੀਕ ਹੈ ਜੀ, ਆਹ ਸੀ ਕੁਐਸਚਨ। ਹੁਣ ਵੀਰੇ ਜੋ ਸਭ ਤੋਂ ਇੰਪੋਰਟੈਂਟ ਟੌਪਿਕ ਹੈ ਇਸ ਚੈਪਟਰ ਦਾ 5 ਸਟਾਰ ਕੁਐਸਚਨ। ਵਰਕਿੰਗ ਆਫ ਮਲਟੀਪਲਾਇਰ ਹਾਂਜੀ ਵੀਰੇ ਇਨਵੈਸਟਮੈਂਟ। ਬਿਲਕੁਲ, ਇਨਵੈਸਟਮੈਂਟ ਮਲਟੀਪਲਾਇਰ। ਇਹ ਤੋਂ ਉੱਪਰ ਕੁਐਸਚਨ ਨਹੀਂ ਹੈਗਾ ਜੀ, ਇਹ ਤੋਂ ਉੱਪਰ ਸੱਚੀ ਕੁਐਸਚਨ ਨਹੀਂ ਹੈਗਾ, ਚਾਹੇ ਪ੍ਰੈਕਟੀਕਲ ਚ ਆ ਜੇ। ਠੀਕ ਹੈ, ਸਮਝੋ ਵੀਰੇ ਸਮਝਾਓ ਜਾ। ਇਨਵੈਸਟਮੈਂਟ ਮਲਟੀਪਲਾਇਰ ਦਾ ਮਤਲਬ ਕੀ ਹੈ। ਪਹਿਲੇ ਲਿਖਣੇ ਆਪਾਂ ਟੌਪਿਕ ਜਿਹੜੇ ਕਰਿਆ ਸੀ ਉਹਦੇ। आपने लिखता ਜੇ ਦੁਬਾਰਾ ਸਮਝਣੇ ਮੈਂ YouTube ਤੇ ਪਾਤੇ। सिचुएशन और सिचुएशन को समझ रहे आपको लिखता सी। ਠੀਕ ਹੈ, ਸਰ ਅੱਗੇ ਕਰਾਓ ਜੀ। ਹਾਂ ਲੈ ਵੇ ਸਮਝ। ਸਭ ਤੋਂ ਪਹਿਲਾਂ ਵੀਰੇ ਆਹ ਲਾਈਨ ਸਮਝੋ, ਆਹ ਲਾਈਨ ਸਮਝੋ ਵੀਰੇ। ਸਭ ਤੋਂ ਪਹਿਲਾਂ ਇਹ ਕੀ ਕਹਿੰਦਾ ਪਿਆ, ਇਹ ਕਹਿ ਰਿਹਾ ਵੀਰੇ ਇਹ ਸਾਰਾ ਇਨਵੈਸਟਮੈਂਟ ਮਲਟੀਪਲਾਇਰ ਇੱਕ ਕਨਸੈਪਟ ਤੇ ਬੇਸਡ ਆ। ਕਿਵੇਂ ਆ ਵੀਰੇ, ਤੁਸੀਂ ਵਾਓ। ਆ ਸੈਕੰਡ ਪਰਸਨ, ਜੇ ਤੁਹਾਡੀ ਜੇਬ ਚੋਂ ਪੈਸਾ ਜਾਊਗਾ ਇਹਦੀ ਜੇਬ 'ਚ, ਤੁਹਾਡਾ ਕੀ ਹੈ ਖਰਚਾ, ਤੇ ਇਹਦੀ ਕੀ ਹੈ ਇਨਕਮ। ਇਨਕਮ। ਤਾਂ ਇਹ ਕਹਿ ਸਕਦੇ ਹਾਂ ਇੱਕ ਬੰਦੇ ਦਾ ਖਰਚਾ ਦੂਸਰੇ ਬੰਦੇ ਦੀ ਇਨਕਮ ਹੁੰਦੀ ਹੈ, ਤੇ ਇੱਕ ਬੰਦੇ ਦੀ ਇਨਕਮ ਦੂਸਰੇ ਬੰਦੇ ਦਾ ਖਰਚਾ ਹੁੰਦੀ ਹੈ, ਹਨਾ ਕਹਿ ਸਕਦੇ ਵੀ। ਹਨਾ। ਤੇ ਇਹੀ ਲਾਈਨ ਦੇ ਉੱਤੇ, ਸਿਰਫ ਇੱਕ ਇਹੀ ਲਾਈਨ ਦੇ ਉੱਤੇ ਕਨਸੈਪਟ ਖੜਾ ਹੈ। ਦ ਕਨਸੈਪਟ ਆਫ ਮਲਟੀਪਲਾਇਰ ਇਜ਼ ਬੇਸਡ ਔਨ ਦ ਫੈਕਟ ਦੈਟ expenditure of one person is the income of 1%। another person। ਠੀਕ ਹੈ, ਆ ਹੋ ਗਈ ਪਹਿਲੀ ਆ ਲਾਈਨ। ਕਿੱਥੇ ਲਿਖਿਆ ਆ ਰਿਹਾ? ਠੀਕ ਹੈ ਜੀ, ਉਹ ਤੋਂ ਮੇਰੀ ਗੱਲ ਸਮਝੋ। ਹੁਣ ਇਨਵੈਸਟਮੈਂਟ ਮਲਟੀਪਲਾਇਰ ਹੁੰਦਾ ਕੀ ਹੈ? ਇਨਵੈਸਟਮੈਂਟ ਮਲਟੀਪਲਾਇਰ ਦਾ ਮਤਲਬ ਇਹ ਹੈ ਵੀ ਆ ਤੁਸੀਂ ਆ ਜ਼ਮੀਨ ਤੁਸੀਂ ਵੀਰੇ ਇਨਵੈਸਟ ਕੀਤਾ, ਇੱਕ ਸੀਡ ਲਾਇਆ, ਇਹ ਸੀਡ ਤੋਂ ਵੀਰੇ ਇੱਕ ਪੇੜ ਬਣਿਆ। ਸੀਡ ਸੀਗਾ 100 ਰੁਪਏ ਦਾ, ਠੀਕ ਹੈ। ਇਸ ਸੀਡ ਤੋਂ ਤੁਹਾਨੂੰ ਜਿਹੜੀ ਕਮਾਈ ਹੋਈ ਹੈ, ਕਮਾਈ ਹੋਈ 2000। ਇਹ ਕਿੰਨੇ ਗੁਣਾ ਹੋ ਗਿਆ? ਕਿੰਨੇ ਦੁਬਾਰਾ ਸਮਝਾਇਆ ਵੀਰੇ? 2000 ਡਿਵਾਈਡ ਬਾਈ 100, ਤੁਹਾਨੂੰ ਕਮਾਈ ਕਿੰਨੀ ਹੋਈ? 20 ਗੁਣਾ ਹੋਈ। ਮਤਲਬ ਤੁਸੀਂ 100 ਰੁਪਏ ਦਾ ਇੱਕ ਬੀਜ ਬੋਤਾ, ਉਹਨੂੰ ਪਾਣੀ ਦਿੱਤਾ, ਉਹ ਵਧਿਆ ਬੜਾ ਹੋਇਆ, ਤੁਹਾਨੂੰ ਉਹ ਤੋਂ ਫਲ ਮਿਲਿਆ ਕਿੰਨਾ? ਟੋਟਲ 2000 ਦਾ। ਕਿੰਨੇ ਗੁਣਾ ਕਮਾਈ ਹੋਊਗੀ? 20 ਗੁਣਾ। 20 ਗੁਣਾ। ਇਹੀ ਇਨਵੈਸਟਮੈਂਟ ਮਲਟੀਪਲਾਇਰ ਕਹਿੰਦਾ ਵੀ ਜਦ ਤੁਸੀਂ ਆਪਣੀ ਇਨਵੈਸਟਮੈਂਟ ਚੇਂਜ ਕਰਦੇ ਹੋ, ਇਨਵੈਸਟਮੈਂਟ ਕਿੰਨੀ? 100। ਤੁਹਾਡੀ ਇਨਕਮ 'ਚ ਫਰਕ ਆਉਂਦਾ, ਇਨਕਮ 'ਚ ਫਰਕ ਕਿੰਨਾ ਆ? 2000। ਤਾਂ ਚੇਂਜ ਇਨ ਇਨਕਮ ਡਿਵਾਈਡ ਬਾਈ ਚੇਂਜ ਇਨ ਇਨਵੈਸਟਮੈਂਟ ਨੂੰ ਆਪਾਂ ਮਲਟੀਪਲਾਇਰ ਕਹਿੰਦੇ ਹਾਂ। ਆਹ ਚੀਜ਼ ਉਰੇ ਲਿਖੀ ਹੋਈ ਹੈ ਜੀ। ਇਟ ਟੈਲਸ ਅਸ ਦੈਟ ਹਾਊ ਮੈਨੀ ਟਾਈਮ ਦਾ ਇਨਕਮ ਆਫ ਦਾ ਕੰਜ਼ਿਊਮਰ ਇਨਕਰੀਜ਼ਿਸ ਐਜ਼ ਅ ਰਿਜ਼ਲਟ ਆਫ ਇਨਕਰੀਜ਼ ਇਨ ਇਨਵੈਸਟਮੈਂਟ। ਤਾਂ ਆਹ ਇਨਵੈਸਟਮੈਂਟ ਦੀ ਗੱਲ ਕਰਦਾ ਵੀ ਬਾਈ ਕਿੰਨੇ ਗੁਣਾ ਤੁਹਾਡੀ ਜਿਹੜੀ ਹੈਗੀ ਹੈ ਇਨਕਮ ਵੱਧ ਗਈ ਇਨਵੈਸਟਮੈਂਟ ਦੇ ਕਾਰਨ। ਇਹਦਾ ਪਹਿਲਾ ਫਾਰਮੂਲਾ ਵੀਰੇ ਆ ਪਿਆ, ਦੂਆ ਫਾਰਮੂਲਾ ਆ ਰਿਹਾ। ਹੁਣ ਵੀਰੇ ਤੀਆ ਫਾਰਮੂਲਾ ਇਹ ਤੋਂ ਹੀ ਬਣ ਜਾਂਦਾ MPC MPS ਕੀ ਹੁੰਦਾ? 1। ਜੇ ਆਪਾਂ ਇਹਦੀ ਗੱਲ ਕਰੀਏ ਇਹਨੂੰ ਮੈਂ MPS ਵੀ ਤਾਂ ਕਹਿ ਸਕਦਾ। ਆ ਹੋ ਗਿਆ ਜੀ। ਹੁਣ ਜੋ ਨਾਰਮਲ ਕੁਐਸਚਨ 'ਚ ਪਾਇਆ ਹੋਇਆ ਬਈ ਸਪੋਜ਼ ਕਰੋ ਤੁਸੀਂ 4000 ਕਰੋੜ ਰੁਪਏ ਲਾਇਆ, ਤੁਹਾਡੀ ਇਨਕਮ ਵਧੀ 16000 ਕਰੋੜ, ਕਿੰਨੇ ਗੁਣਾ ਵੱਧ ਗਈ? 4 ਗੁਣਾ। ਠੀਕ ਹੈ। ਹੁਣ ਇੱਕ ਜੋ ਚੀਜ਼ ਹੋਰ ਯਾਦ ਰੱਖਣੀ ਹੈ, ਇਹਨਾਂ 'ਚ ਕੀ ਹੈ? ਡਾਇਰੈਕਟ ਰਿਲੇਸ਼ਨ ਹੈ। ਕਿਹਦੇ ਕੀ 'ਚ? MPC ਤੇ ਇਨਵੈਸਟਮੈਂਟ ਮਲਟੀਪਲਾਇਰ 'ਚ ਕੀ ਹੈ? ਡਾਇਰੈਕਟ ਰਿਲੇਸ਼ਨ ਹੈ। ਠੀਕ ਹੈ। ਅੱਗੇ ਮੈਕਸਿਮਮ ਤੇ ਮਿਨੀਮਮ ਵੈਲਿਊ ਕਿੰਨੀ ਹੈ ਜੀ? ਮੈਕਸਿਮਮ ਕਿੰਨਾ ਹੋ ਸਕਦਾ ਹੈ? ਇਨਫਿਨਿਟੀ। ਤੇ ਮਿਨੀਮਮ ਕਿੰਨਾ ਹੋਊਗਾ? 1। ਉਹ ਕਿਵੇਂ?
ਤੁਸੀਂ ਬਈ 100 ਰੁਪਈਆ ਖਰਚਿਆ, ਜਿਹੜੇ ਬੰਦੇ ਕੋਲ ਗਿਆ ਉਹਨੇ ਵੀ 100 ਹੀ ਖਰਚਿਆ, 100 ਹੀ ਖਰਚਿਆ, ਸਭ ਪੂਰੇ ਪੈਸੇ ਖਰਚੀ ਜਾ ਰਹੇ ਆ। ਇਹਦਾ ਮਤਲਬ ਕੀ ਹੈ, MPC ਕਿੰਨਾ 1 ਆ ਜਾਊਗਾ, ਫਾਰਮੂਲੇ 'ਚ ਪੁੱਟ ਕਰਤਾ MPC 1 ਪੁੱਟ ਕਰਤਾ, ਕੀ ਆ ਗਿਆ ਤੁਸੀਂ 100 ਰੁਪਏ ਖਰਚਿਆ। ਦੂਸਰਾ ਸੀਗਾ ਪਾਣੀਆਂ, ਕਹਿੰਦਾ ਨਾ ਜੀ ਪਾਣੀ ਜਿਹੜਾ ਪੈਸਾ ਉਹਨੂੰ ਸਿਉਂਕ ਲੱਗ ਜੇ ਪਰ ਜੇਬ 'ਚੋਂ ਨਿਕਲਣਾ ਚਾਹੀਦਾ। ਉਹਨੇ 100 ਰੁਪਏ ਜੇਬ 'ਚ ਪਾ ਲਿਆ, ਮੁੜ ਕੇ ਉਹਨੂੰ ਹਵਾ ਤੱਕ ਨਹੀਂ ਲਵਾਈ। ਉਹ ਕੀ ਹੈ ਵੀਰੇ, MPS ਕਿੰਨਾ ਹੋ ਗਿਆ 1, MPC ਕਿੰਨਾ ਹੋ ਗਿਆ 0, ਡਿਵਾਈਡ ਕਰਤਾ ਆਪਾਂ 1 ਨਾਲ, ਆਨਸਰ ਕਿੰਨਾ ਆ ਗਿਆ 1 ਵੀਰੇ 1। ਅੱਗੇ ਸਮਝੋ ਵਰਕਿੰਗ ਆਫ ਮਲਟੀਪਲਾਇਰ। ਤੁਸੀਂ ਵੀਰੇ ਜੋ ਵੀ ਇਨਵੈਸਟਮੈਂਟ ਹੋ ਰਹੀ ਸੀ, ਜੋ ਵੀ ਇਨਕਮ ਹੋ ਰਹੀ ਸੀ, ਉਹ ਇੱਕ ਪਾਸੇ ਤੁਸੀਂ ਆਪਣੀ ਇਨਵੈਸਟਮੈਂਟ 'ਚ ਚੇਂਜ ਕਿੰਨਾ ਲਿਆਂਦਾ 100 ਕਰੋੜ। ਤੁਹਾਡਾ ਖਰਚਾ ਕਿਸੇ ਦੀ ਇਨਕਮ, ਤੁਹਾਡਾ ਖਰਚਾ ਕਿਸੇ ਦੀ ਇਨਕਮ ਬਣ ਗਈ, ਠੀਕ ਹੈ ਜੀ। ਇਨਕਮ ਕਿੰਨੀ ਬਣ ਗਈ 100 ਕਰੋੜ। ਹੁਣ ਜਿਹੜਾ ਦੂਸਰਾ ਪਰਸਨ ਹੈ ਉਹਨੇ ਕਿਹਾ ਬਾਈ ਆਪਾਂ ਤਾਂ 90% ਖਰਚਣਾ, ਅੱਗੇ 10% ਰੱਖ ਲੈਣਾ, ਠੀਕ ਹੈ। 100 ਕਰੋੜ ਦਾ 90% ਕਿੰਨਾ ਹੋ ਗਿਆ 90। ਆ ਦੂਸਰਾ ਬੰਦਾ ਇਹਦੇ ਪੁੱਤ ਸੀਗਾ, ਕਹਿੰਦਾ ਮੈਂ ਵੀ ਫਿਰ 90% ਹੀ ਖਰਚੂ, ਓਕੇ ਸਰ, ਇਹਨੇ ਵੀ 90 ਖਰਚਿਆ। ਫਿਰ ਆ ਵੀ ਅੱਗੇ ਵੀਰੇ ਇਹਦਾ ਪੋਤਾ ਸੀ 90%, ਐਵੇਂ ਚੱਲਦਾ ਗਾ ਸਿਸਟਮ ਅੱਗੇ, ਓਕੇ। ਤੇ ਇੱਕ ਸਮਾਂ ਆਊਗਾ ਜਿਸ ਸਮੇਂ ਵੀਰੇ ਤੁਹਾਡੀ ਜਿਹੜੀ ਇਨੀਸ਼ੀਅਲੀ ਤੁਸੀਂ ਪੈਸਾ ਲਾਇਆ ਸੀਗਾ, ਜਿਹੜਾ ਇਨੀਸ਼ੀਅਲੀ ਪੈਸਾ ਲਾਇਆ ਸੀਗਾ ਉਹ ਤੁਹਾਡੇ ਵੀਰੇ ਸੇਵਿੰਗ ਦੇ ਬਰਾਬਰ ਆ ਜਾਊਗਾ। ਜਿੱਦਣ ਇਹ ਸੇਵਿੰਗ ਦੇ ਬਰਾਬਰ ਆ ਗਿਆ, ਆ ਦੇਖੋ ਵੀਰੇ ਸੇਮ ਤਾਂ ਕਹਿੰਦਾ ਵਧੀਆ ਦਿਖਦਾ ਇਹ ਚ, ਓਕੇ ਜ਼ੂਮ ਕਰੇ ਜੀ ਆਈਪੈਡ ਪ੍ਰੋ ਚ। ਇਹ 'ਚ ਵੀਰੇ 100 ਜਦ ਤੁਸੀਂ ਇਨਵੈਸਟਮੈਂਟ ਵਧਾਈ ਤੇ ਤੁਹਾਡੀ ਚੇਂਜ ਇਨ ਸੇਵਿੰਗ ਵੀ 100 ਆ ਗਈ, ਉਦੋਂ ਵੀਰੇ ਪ੍ਰੋਸੈਸ ਖਤਮ ਹੋ ਗਿਆ। ਇਹ ਸਿਮਿਲਰ ਪ੍ਰੋਸੈਸ ਹੈ ਬੈਂਕਿੰਗ ਦੇ ਨਾਲ ਦਾ। ਉਹ ਕਿਵੇਂ, ਜਿੱਦਣ ਵੀਰੇ LRR ਦੀ ਅਮਾਊਂਟ ਇਨੀਸ਼ੀਅਲ ਦੇ ਬਰਾਬਰ ਆਉਂਦੀ ਸੀ 100 ਦੇ ਬਰਾਬਰ ਖਤਮ ਨਹੀਂ ਹੁੰਦਾ ਸੀ, ਉਵੇਂ ਇਹ 'ਚ ਜਿੱਦਣ ਆ 100 ਇਹ 100 ਦੇ ਬਰਾਬਰ ਆ ਗਿਆ ਡਨ ਹੋ ਜਾਣਾ, ਓਕੇ ਸਰ, ਉੱਥੇ ਕੰਮ ਓਕੇ ਮੁੱਕ ਜਾਣਾ, ਠੀਕ ਹੈ ਓਕੇ। ਹੁਣ ਇਹ ਡਾਇਗਰਾਮ ਦੇਖੋ ਬਾਈ, ਉਹਨਾਂ ਡਾਇਗਰਾਮ ਦੇ ਵੀਰੇ ਸਮਝਣਾ ਸਿਸਟਮ ਉਹ ਵੀ ਬਣਾ ਕੇ ਆਈ ਡਾਇਗਰਾਮ, ਸਮਝ ਲਓ। ਤੁਹਾਨੂੰ ਸ਼ਾਇਦ ਆਹ ਡਾਇਗਰਾਮ ਹੀ ਦੇ ਦੇਣ ਤੇ ਪੁੱਛ ਲੈਣ ਕੀ ਚੀਜ਼ ਆ। ਪਹਿਲਾਂ ਸਰ ਕਰਾ ਦੇਣਗੇ, ਬਾਅਦ ਚ ਦੇਖ ਸਕੇਲ ਨਾ ਮਾਰੋ ਵੀਰੇ। ਸਾਡੇ ਤੋਂ ਸਰ ਸਵਾਲ ਹਾਂਜੀ ਵੀਰੇ, ਐਗਰੀਗੇਟ ਸਪਲਾਈ, ਐਗਰੀਗੇਟ ਡਿਮਾਂਡ, ਐਗਰੀਗੇਟ ਸਪਲਾਈ, ਐਗਰੀਗੇਟ ਡਿਮਾਂਡ। ਜਿਹੜੀ ਆਪਾਂ ਵੀਰੇ ਡਿਮਾਂਡ ਸੋਚੀ ਸੀਗੀ ਆ ਸੀਗੀ ਪਲੈਨਡ। ਹੁਣ ਤੁਸੀਂ ਵੀਰੇ ਇਨਵੈਸਟਮੈਂਟ ਵਧਾਤੀ, ਐਗਰੀਗੇਟ ਡਿਮਾਂਡ ਕਿੰਨਾ C+I, ਆਪਾਂ ਇਨਵੈਸਟਮੈਂਟ ਵਧਾਤੀ ਮਤਲਬ ਕੀ ਹੈ, ਕਿਤੇ ਨਾ ਕਿਤੇ ਵੱਧ ਕੀਤਾ, ਤਾਂ ਇਹ ਕੀ ਹੋ ਜਾਊਗਾ C+I ਪਲੱਸ ਚੇਂਜ ਇਨ I, ਐਕਸਟਰਾ I ਕਿੰਨਾ ਹੋ ਗਿਆ, ਜੋ ਸੋਚਿਆ ਸੀ ਉਹ ਤਾਂ ਹੈ ਹੀ ਹੈ, ਐਕਸਟਰਾ ਇਨਵੈਸਟਮੈਂਟ ਕਿੰਨੀ ਹੋ ਗਈ ਉਹਦੀ ਗੱਲ ਕਰਦੇ, ਠੀਕ ਹੈ ਜੀ। ਤਾਂ ਆਹ ਡਾਇਗਰਾਮ ਐਵੇਂ ਬਣੀ ਹੋਈ ਹੈ। ਹੁਣ ਵੀਰੇ ਅੱਗੇ ਕੁਐਸਚਨ ਹੈ, ਕਹਿੰਦੇ ਜੇ ਬਾਈ 1000 ਰੁਪਏ ਤੁਹਾਡੀ ਇਨਵੈਸਟਮੈਂਟ ਚੇਂਜ ਹੋ ਜੇ ਤੇ MPC 0.9 ਹੈ ਤਾਂ ਕੀ ਆਨਸਰ ਆਊਗਾ, ਠੀਕ ਹੈ ਜੀ। 1/1 - MPC ਕਿੰਨਾ ਹੋਊਗਾ 0.9, 10 ਗੁਣਾ ਚੇਂਜ ਆਊਗਾ, ਠੀਕ ਹੈ। ਹੁਣ ਵੀਰੇ ਆ ਰਿਹਾ ਐਕਸ ਐਂਟੇ ਤੇ ਐਕਸ ਪੋਸਟ। ਬਈ ਐਕਸ ਐਂਟੇ ਇਹ ਪਹਿਲਾਂ ਆ ਗਿਆ, ਇਹ ਪਲੈਨਡ, P ਬਾਅਦ ਚੋਂ ਆਉਂਦਾ ABCD ਦੇ ਵਿੱਚ, ਇਹ ਕੀ ਆ ਐਕਚੁਅਲ। ਐਕਸੈਂਟੇ ਪਲਾਨ ਹੈ, ਪਲੈਨਡ ਆ ਦੇਖਣਾ, ਆ ਇਹ ਪਹਿਲਾਂ ਆਉਂਦਾ, ਪਹਿਲਾਂ ਪਲਾਨ ਕਰਾਂਗੇ, P ਫਿਰ ਅੱਗੇ ਜਾ ਕੇ ਆਉਂਦਾ, ਉਹ ਕੀ ਹੋ ਗਿਆ ਐਕਚੁਅਲ। ਲੋ ਵੀਰੇ ਆ ਚੈਪਟਰ ਡਨ। ਹਾਂਜੀ ਵੀਰੇ ਆ ਸੀ ਤੁਹਾਡਾ ਟੌਪਿਕ। ਇੱਕ ਕਿਊਕੇ ਰੀਕੈਪ ਦੇਖ ਲਓ ਬਾਈ, 2 ਅਪਰੋਚਾਂ ਬਣੀਆਂ। ਕਿਹੜੀ ਕਿਹੜੀ ਅਪਰੋਚ ਬਣੀ ਵੀਰੇ, ਪਹਿਲੀ ਅਪਰੋਚ ਐਗਰੀਗੇਟ ਡਿਮਾਂਡ ਸਪਲਾਈ, ਜਦੋਂ ਐਗਰੀਗੇਟ ਡਿਮਾਂਡ ਸਪਲਾਈ ਦੇ ਇਕੁਅਲ ਹੋ ਗਈ ਉਹ ਇਕੁਇਲਿਬਰੀਅਮ ਹੋਊਗਾ, ਠੀਕ ਹੈ। ਹੋ ਸਕਦਾ ਵੀਰੇ ਐਗਰੀਗੇਟ ਡਿਮਾਂਡ ਵੱਧ ਹੋਵੇ ਸਪਲਾਈ ਘੱਟ ਹੋਵੇ, ਡਿਮਾਂਡ ਵੱਧਦਾ ਮਤਲਬ ਖਰਚਾ ਵੱਧਦਾ, ਖਰਚਾ ਵੱਧਦਾ ਇਹਦਾ ਮਤਲਬ ਕੀ ਹੋਇਆ ਵੀਰੇ, ਆਪਾਂ ਨੂੰ ਪ੍ਰੋਡਕਸ਼ਨ ਵਧਾਉਣੀ ਪੈਣੀ, ਪ੍ਰੋਡਕਸ਼ਨ ਵਧੂਗੀ ਇੰਪਲੋਇਮੈਂਟ ਵਧੂਗੀ। ਉਲਟਾ ਕੀ ਹੈ, ਜੇ ਡਿਮਾਂਡ ਘੱਟ ਆ, ਠੀਕ ਹੈ ਜੀ। ਸੇਵਿੰਗ 'ਚ ਵੀ ਸੇਮ ਸਿਸਟਮ ਹੈ, ਜੇ ਸੇਵਿੰਗ ਵੱਧ ਹੈ ਇਨਵੈਸਟਮੈਂਟ ਘੱਟ, ਮਤਲਬ ਲੋਕੀ ਸੇਵ ਵੱਧ ਕਰ ਰਹੇ ਖਰਚ ਘੱਟ ਰਹੇ ਆ, ਖਰਚ ਘੱਟ ਰਹੇ ਤਾਂ ਫਿਰ ਬਾਈ ਆਪਾਂ ਨੂੰ ਪ੍ਰੋਡਕਸ਼ਨ ਘਟਾਉਣੀ ਪੈਣੀ, ਇੰਪਲੋਇਮੈਂਟ ਵੀ ਘਟੂਗੀ। ਆ ਰਿਹਾ ਇਫੈਕਟਿਵ ਡਿਮਾਂਡ ਪ੍ਰਿੰਸੀਪਲ, ਮਤਲਬ ਐਗਰੀਗੇਟ ਡਿਮਾਂਡ ਸਪਲਾਈ ਦੇ ਇਕੁਅਲ ਜ਼ਰੂਰ ਹੈ ਬਟ ਇੰਪਲੋਇਮੈਂਟ ਪੂਰੀ ਨਹੀਂ ਹੈਗੀ, ਘੱਟ ਹੈ। ਇਨਵੈਸਟਮੈਂਟ ਮਲਟੀਪਲਾਇਰ ਕਿਤੇ ਵੀਰੇ ਮੈਂ ਨਾ ਉਹਦੀ ਮਾਰਕਿੰਗ ਕਰ ਦਿੰਦਾ,
ਸਭ ਤੋਂ ਪਹਿਲਾਂ ਵੀਰੇ ਤੁਸੀਂ ਆਹ ਲਰਨ ਹੋ ਜਾਵੇ, ਠੀਕ ਹੈ। ਦੂਸਰਾ ਫਿਰ ਆਹ ਐਗਜ਼ਾਮਪਲ ਭਾਵੇਂ ਨਾ ਵੀ ਲਰਨ ਹੋਵੇ ਚੱਲ ਜੂ। ਤੀਸਰਾ, ਚੌਥਾ ਆਹ ਤਾਂ ਵੀਰੇ 5 ਸਟਾਰ ਹੈ, वर्किंग ਵਰਕਿੰਗ ਦਾ 5 ਸਟਾਰ ਕੁਐਸਚਨ ਹੈ, ओके ਠੀਕ ਹੈ। ਉਦੋਂ ਵੀਰੇ ਡਾਇਗਰਾਮ ਹੋ ਗਈ ਤਾਂ ਸੋਨੇ ਦੇ ਸੁਹਾਗਾ, ਨਹੀਂ ਕੋਈ ਚੱਕਰ ਨਹੀਂ, ਠੀਕ ਹੈ। ਆਹ ਵੀਰੇ ਐਵੇਂ ਕੁਐਸਚਨ ਆਉਂਦਾ ਹੁੰਦਾ। ਹੁਣ ਬਾਈ ਕਈ ਵਾਰ ਪੁੱਛਣਗੇ ਵੀ ਕੁਐਸਚਨ ਕਿਵੇਂ ਆਊਗਾ ਵੀਰੇ, ਆਹ ਪਿਆ ਵੀਰੇ ਕੁਐਸਚਨ ਥੱਲੇ, बाहर ही अंदर का क्वेश्चन ਇਹ ਕੁਐਸਚਨ ਆ ਜਾਂਦਾ। ਆਹ ਖਤਮ ਹੈ ਜੀ ਉਹਦਾ ਟੌਪਿਕ। Thank you. Like, comment, share.